Hello students, today we will discuss about the chemical properties of the haloalkanes. ठीक है बेटा अगर ਅਸੀਂ chemical properties haloalkanes ਦੀ ਗੱਲ ਕਰੀਏ ਤੇ ਸਾਡੇ ਕੋਲ ਚਾਰ ਮੇਨ chemical properties ਆਂਦੀਆਂ ਨੇ। फर्स्ट है ਸਾਡੇ ਕੋਲ nucleophilic substitution reaction, second is the elimination reaction, third one is the reaction with metals and fourth one is the reduction. So firstly बेटा ਅਸੀਂ जो बहुत ज़्यादा important property हैगी है that is the nucleophilic substitution reaction. ਨਿਊਕਲੀਓਫਾਈਲ ਆਲਰੇਡੀ ਬੇਟਾ ਅਸੀਂ +1 ਦੇ ਵਿੱਚ ਪੜ੍ਹੇ ਹੋਏ ਨੇ ਜਿਹੜੇ ਕੋਲ ਕੀ ਹੁੰਦੇ ਨੇ ਜਿਨ੍ਹਾਂ ਦੇ ਕੋਲ ਨੈਗੇਟਿਵਲੀ ਜਾਂ ਨਿਊਟਰਲ ਚਾਰਜਡ ਸਪੀਸ਼ੀਜ਼ ਨੂੰ ਅਸੀਂ ਕੀ ਕਹਿ ਦਿੰਦੇ ਹਾਂ ਨਿਊਕਲੀਓਫਾਈਲ ਕਹਿ ਦਿੰਦੇ ਹਾਂ। ਹੁਣ ਹੈਲੋਅਲਕੇਨ ਦੇ ਵਿੱਚ ਇਹ ਕੀ ਰੋਲ ਪਲੇ ਕਰਦੇ ਪਏ ਨਿਊਕਲੀਓਫਿਲਿਕ ਸਬਸਟੀਟਿਊਸ਼ਨ ਰਿਐਕਸ਼ਨ ਉਹ ਦੇਖਦੇ ਹਾਂ ਅਸੀਂ। ਨਿਊਕਲੀਓਫਿਲਿਕ ਸਬਸਟੀਟਿਊਸ਼ਨ ਰਿਐਕਸ਼ਨ ਇਹਦੇ ਨਾਮ ਤੋਂ ਹੀ ਪੁੱਤਰ ਜੀ ਕਲੀਅਰ ਹੈਗਾ ਸਾਡੇ ਕੋਲ ਕਿ ਨਿਊਕਲੀਓਫਾਈਲ ਨੇ ਸਬਸਟੀਟਿਊਟ ਕਰ ਦੇਣਾ ਹੈਲਾਈਡ ਦੀ ਪੋਜੀਸ਼ਨ ਨੂੰ। ਅਗਰ ਅਸੀਂ ਹੈਲੋਅਲਕੇਨ ਦੇਖੀਏ ਜਰਨਲ ਫਾਰਮੂਲਾ ਕੀ ਹੈਗਾ ਸਾਡੇ ਕੋਲ RX ਹੈ, ਠੀਕ ਹੈ RX। ਹੈਲੋਅਲਕੇਨ ਦੇ ਵਿੱਚ ਕਾਰਬਨ ਦੇ ਉੱਪਰ R ਕੀ ਹੋ ਸਕਦਾ, ਕੋਈ ਵੀ ਅਲਕਾਈਲ ਗਰੁੱਪ ਹੋ ਸਕਦਾ ਜਿਸ ਤਰ੍ਹਾਂ CH3Cl ਹੈਗਾ ਸਾਡੇ ਕੋਲ, ਠੀਕ ਹੈ CH3Cl ਕੋਈ ਵੀ ਜਿਹੜਾ ਕਾਰਬਨ ਹੈਗਾ ਉਹਦੇ ਨਾਲ ਕੀ ਜੁੜਿਆ ਹੁੰਦਾ ਵਾ, ਕੋਈ ਵੀ ਅਲਕਾਈਲ ਗਰੁੱਪ ਹੈ ਉਹਦੇ ਨਾਲ ਕੀ ਜੁੜਿਆ ਹੁੰਦਾ ਵਾ ਸਾਡੇ ਕੋਲ ਹੈਲਾਈਡ, ਕੋਈ ਵੀ ਹੈਲੋਜਨ ਐਟਮ ਜੁੜਿਆ ਹੁੰਦਾ। ਐਂਡ ਵੀ ਨੋ ਦੈਟ ਇਨ ਦ ਹੈਲੋਜਨ ਐਟਮਸ ਆਰ ਇਲੈਕਟ੍ਰੋਨੈਗੇਟਿਵ ਇਨ ਨੇਚਰ ਦੈਨ ਦ ਕਾਰਬਨ। ਇਸ ਕਰਕੇ ਕਾਰਬਨ ਦੇ ਉੱਪਰ ਹਮੇਸ਼ਾ ਕਿਹੜਾ ਚਾਰਜ ਆਉਂਦਾ, ਪਾਰਸ਼ੀਅਲ ਪੋਜ਼ਿਟਿਵ ਚਾਰਜ ਆਉਂਦਾ ਔਰ ਹੈਲਾਈਡ ਦੇ ਉੱਪਰ ਕਿਹੜਾ ਚਾਰਜ ਆਉਂਦਾ, ਪਾਰਸ਼ੀਅਲ ਨੈਗੇਟਿਵ ਚਾਰਜ ਆ ਜਾਂਦਾ। ਹੁਣ ਜਦੋਂ ਨਿਊਕਲੀਓਫਾਈਲ ਆਏਗਾ ਉਹਨੇ ਕਿਹਦੇ ਤੇ ਅਟੈਕ ਕਰਨਾ, ਨਿਊਕਲੀਓਫਾਈਲ ਨੇ ਆ ਕੇ ਅਟੈਕ ਕਰਨਾ ਕਾਰਬਨ ਦੇ ਉੱਪਰ ਵਿਚ ਐਕਵਾਇਰਸ ਅ ਪਾਰਸ਼ੀਅਲ ਪੋਜ਼ਿਟਿਵ ਚਾਰਜ। ਜਦੋਂ ਨਿਊਕਲੀਓਫਾਈਲ ਕਾਰਬਨ ਦੇ ਨਾਲ ਬੌਂਡ ਬਣਾ ਲੇਗਾ ਤੇ ਜਿਹੜਾ ਹੈਲਾਈਡ ਹੋਏਗਾ ਸਾਡੇ ਕੋਲ ਹੈਲੋਜਨ ਐਟਮ ਹੋਏਗਾ ਉਹ ਐਜ਼ ਅ ਲਿਵਿੰਗ ਗਰੁੱਪ ਕੀ ਕਰੇਗਾ, ਬਾਹਰ ਨਿਕਲ ਜਾਏਗਾ। ਠੀਕ ਹੈ ਫॉर एग्जांपल देखो ਸਾਡੇ ਕੋਲ एग्जांपल ਹੈ ਹੈਲੋਅਲਕੇਨ ਹੈ ਸਾਡੇ ਕੋਲ ਬ੍ਰੋਮੋਈਥੇਨ ਦੇ ਉੱਪਰ ਜਦੋਂ ਨਿਊਕਲੀਓਫਾਈਲ OH ਨੈਗੇਟਿਵ ਨੇ ਅਟੈਕ ਕੀਤਾ ਉਹਨੇ ਕਾਰਬਨ ਤੇ ਆ ਕੇ ਕੀ ਕਰ ਦਿੱਤਾ, ਆਪਣਾ ਬੌਂਡ ਬਣਾ ਲਿਆ। ਕੀ ਬਣ ਗਿਆ ਸਾਡੇ ਕੋਲ CH3 इथेनॉल बन गया। ठीक है CH3 CH2 एज इट इज ही रहा। OH ने किनू सबसटीट्यूट कर दिता, Br नू। OH ने किनू सबसटीट्यूट कर दिता, Br नू। की बन गया साडे कोल इथेनॉल बन गया और Br की है एज अ लिविंग ग्रुप निकल गया। अगर असी देखिए ਨਿਊਕਲੀਓਫਾਈਲ ਸਾਡੇ ਕੋਲ ਦੋ ਤਰ੍ਹਾਂ ਦੇ ਹੁੰਦੇ ਨੇ। ਇੱਕ ਹੁੰਦਾ ਨਿਊਕਲੀਓਫਾਈਲ ਸਾਡੇ ਕੋਲ ਨੈਗੇਟਿਵਲੀ ਚਾਰਜਡ ਸਪੀਸ਼ੀਜ਼ ਨਿਊਕਲੀਓਫਾਈਲ, ਜਿਸ ਤਰ੍ਹਾਂ ਆਪਾਂ ਉੱਪਰ ਦੇਖਿਆ OH ਨੈਗੇਟਿਵ, ਇਹਦੀ ਜਗ੍ਹਾ ਤੇ ਬੇਟਾ ਸਾਡੇ ਕੋਲ OH ਨੈਗੇਟਿਵ ਵੀ ਆ ਸਕਦਾ, CN ਨੈਗੇਟਿਵ ਵੀ ਆ ਸਕਦਾ, RO ਵੀ ਆ ਸਕਦਾ, ਥਾਇਓਸਲਫੇਟਸ ਵੀ ਆ ਸਕਦਾ, ਕੁਝ ਵੀ ਸਾਡੇ ਕੋਲ ਐਗਜ਼ਾਮਪਲਸ ਆ ਸਕਦੀਆਂ, ਉਹ ਅਸੀਂ ਅੱਗੇ ਜਾ ਕੇ ਡਿਸਕਸ ਕਰਾਂਗੇ। ਨੈਕਸਟ ਹੈ ਸਾਡੇ ਕੋਲ ਨਿਊਟਰਲ ਸਪੀਸ਼ੀਜ਼ ਜਿਨ੍ਹਾਂ ਦੇ ਕੋਲ ਐਟਲੀਸਟ ਇੱਕ ਲੋਨ ਪੇਅਰ ਹੋਏਗਾ, ਜਿਸ ਤਰ੍ਹਾਂ ਵਾਟਰ ਹੈ, ਅਮੋਨੀਆ ਆ ਗਿਆ ਸਾਡੇ ਕੋਲ। ਠੀਕ ਹੈ ਜਿਨ੍ਹਾਂ ਉਹ ਵਾਲੀ ਨਿਊਟਰਲ ਸਪੀਸ਼ੀਜ਼ ਜਿਨ੍ਹਾਂ ਦੇ ਕੋਲ ਐਟਲੀਸਟ ਇੱਕ ਅੱਧਾ ਕੀ ਹੋਏਗਾ, ਲੋਨ ਪੇਅਰ ਹੋਏਗਾ। ਨੈਕਸਟ ਹੈ ਨੈਗੇਟਿਵ ਨਿਊਕਲੀਓਫਾਈਲ ਗਿਵ ਦ ਨਿਊਟਰਲ ਪ੍ਰੋਡਕਟ। ਜਿਹੜੇ ਨੈਗੇਟਿਵ ਨਿਊਕਲੀਓਫਾਈਲ ਹੋਣਗੇ ਉਹ ਨਿਊਟਰਲ ਪ੍ਰੋਡਕਟ ਦੇਣਗੇ ਔਰ ਨਿਊਟਰਲ ਨਿਊਕਲੀਓਫਾਈਲ ਸਾਨੂੰ ਕੀ ਦੇਣਗੇ, ਪੋਜ਼ਿਟਿਵਲੀ ਚਾਰਜਡ ਪ੍ਰੋਡਕਟ ਦੇਣਗੇ। ਦੇਖੋ ਫॉर एग्जांपल ਇਹ ਦੇਖੋ ਸਾਡੇ ਕੋਲ ਨਿਊਕਲੀਓਫਾਈਲ ਹੈ, ਨਿਊਕਲੀਓਫਾਈਲ ਕਿਹਦੇ ਤੇ ਅਟੈਕ ਕਰਦਾ ਪਿਆ, ਹੈਲੋਅਲਕੇਨ ਤੇ ਅਟੈਕ ਕਰਦਾ ਪਿਆ ਔਰ ਇਹ ਜਿਹੜਾ ਨਿਊਕਲੀਓਫਾਈਲ ਹੋਏਗਾ ਉਹ ਕਿਹੜਾ ਨਿਊਕਲੀਓਫਾਈਲ ਹੈਗਾ ਵਾ, ਨੈਗੇਟਿਵਲੀ ਚਾਰਜ ਸਪੀਸ਼ੀਜ਼। ਨੈਗੇਟਿਵ ਪੋਜ਼ਿਟਿਵ ਦੇ ਨਾਲ ਬੌਂਡ ਬਣਾ ਲੇਗੀ ਔਰ ਲਿਵਿੰਗ ਗਰੁੱਪ ਬਾਹਰ ਨਿਕਲ ਜਾਏਗਾ। ਹੁਣ ਇਹਦੇ ਵਿੱਚ ਜਿਹੜਾ ਨਿਊਕਲੀਓਫਾਈਲ ਹੈ ਉਹ ਲੋਨ ਪੇਅਰ ਹੈ। ਠੀਕ ਹੈ ਹੁਣ ਜਦੋਂ ਲੋਨ ਪੇਅਰ ਜਾਏਗਾ ਇਹਦੇ ਨਾਲ ਬੌਂਡ ਬਣਾਏਗਾ ਔਰ ਉਸ ਤੋਂ ਬਾਅਦ ਉੱਪਰ ਕਿਹੜਾ ਚਾਰਜ ਬਚ ਜਾਏਗਾ, ਪੋਜ਼ਿਟਿਵ ਚਾਰਜ। ਸੋ ਨੈਗੇਟਿਵ ਨਿਊਕਲੀਓਫਾਈਲ ਨਿਊਟਰਲ ਪ੍ਰੋਡਕਟ ਦੇਣਗੇ ਔਰ ਨਿਊਟਰਲ ਨਿਊਕਲੀਓਫਾਈਲ ਪੋਜ਼ਿਟਿਵਲੀ ਚਾਰਜ ਪ੍ਰੋਡਕਟ ਦੇਣਗੇ ਸਾਨੂੰ। ਇਹ ਤਾਂ ਬੇਟਾ ਅਸੀਂ ਦੇਖ ਲਿਆ ਕਿ ਜਦੋਂ ਵੀ ਨਿਊਕਲੀਓਫਾਈਲ ਅਟੈਕ ਕਰੇਗਾ ਕਿਸੇ ਵੀ ਹੈਲੋਜਨ ਕੰਪਾਊਂਡ ਦੇ ਨਾਲ, ਹੈਲੋਅਲਕੇਨ ਦੇ ਨਾਲ, ਤੇ ਸਾਡੇ ਕੋਲ ਕੀ ਬਣੇਗਾ, ਲਿਵਿੰਗ ਗਰੁੱਪ ਨਿਕਲ ਜਾਏਗਾ ਔਰ ਪਿੱਛੇ ਕੋਈ ਵੀ ਕੰਪਾਊਂਡ ਜਿਹੜਾ ਰਿਪਲੇਸ ਕਰੇਗਾ ਉਹ ਬਣ ਜਾਏਗਾ। ਹੁਣ ਉਸ ਤੋਂ ਬਾਅਦ ਕੁਝ ਕੁਐਸਚਨ ਆ ਸਕਦੇ, ਲਿਵਿੰਗ ਗਰੁੱਪ ਅਬਿਲਿਟੀ ਕਿਹਦੀ ਜ਼ਿਆਦਾ ਹੋਏਗੀ। ਅਗਰ ਮਤਲਬ ਦੇਖੀਏ ਅਸੀਂ RI ਬੌਂਡ ਈਜ਼ੀਲੀ ਟੁੱਟੇਗਾ, RBr ਬੌਂਡ ਈਜ਼ੀਲੀ ਟੁੱਟੇਗਾ, ਅਲਕਾਈਲ ਦਾ Br ਦੇ ਨਾਲ ਬੌਂਡ ਈਜ਼ੀਲੀ ਟੁੱਟੇਗਾ, ਕਲੋਰੀਨ ਦੇ ਨਾਲ ਈਜ਼ੀਲੀ ਬੌਂਡ ਟੁੱਟੇਗਾ ਜਾਂ ਫਿਰ ਫਲੋਰੀਨ ਦੇ ਨਾਲ ਟੁੱਟੇਗਾ। ਐਂਡ ਵੀ ਆਲ ਨੋ ਦੈਟ ਆਇਓਡੀਨ ਬੇਟਾ ਕੀ ਹੈਗਾ ਸਾਡੇ ਕੋਲ, ਲਾਰਜ ਸਾਈਜ਼ ਦਾ ਗਰੁੱਪ ਦੇ ਲਾਸਟ ਦੇ ਵਿੱਚ ਪਾਇਆ ਜਾਂਦਾ ਵੇ। R ਔਰ I ਦੇ ਵਿੱਚ ਜਿਹੜੀ ਬੌਂਡ ਡਿਸੋਸੀਏਸ਼ਨ ਐਂਥੈਲਪੀ ਉਹ ਕੀ ਹੋਏਗੀ, ਘੱਟ ਹੋਏਗੀ ਐਜ਼ ਕੰਪੇਅਰ ਟੂ RBr ਐਂਡ ਐਜ਼ ਕੰਪੇਅਰ ਟੂ RCl ਐਂਡ ਐਜ਼ ਕੰਪੇਅਰ ਟੂ RF। ਫਲੋਰੀਨ ਦਾ ਸਾਈਜ਼ ਬਹੁਤ ਛੋਟਾ ਹੋਏਗਾ, ਉਹਦਾ ਅਲਕਾਈਲ ਦੇ ਨਾਲ ਕੀ ਬਣੇਗਾ, ਸਟਰੋਂਗ ਬੌਂਡ ਬਣੇਗਾ। ਇਸ ਕਰਕੇ ਫਲੋਰੀਨ ਨੂੰ ਅਸੀਂ ਕੀ ਲਿਖਾਂਗੇ, ਪੂਅਰ ਲਿਵਿੰਗ ਗਰੁੱਪ ਲਿਖਾਂਗੇ। ਔਰ I ਨੈਗੇਟਿਵ ਕੀ ਹੋਏਗਾ, ਲਾਰਜ ਸਾਈਜ਼ ਹੋਣ ਕਰਕੇ ਜਲਦੀ ਇਹਨਾਂ ਦੇ ਵਿੱਚ ਬੌਂਡ ਡਿਸੋਸੀਏਟ ਹੋ ਜਾਏਗਾ ਔਰ ਇਸ ਕਰਕੇ ਇਹ ਕਿਹੜਾ ਹੋਏਗਾ ਸਾਡੇ ਕੋਲ, ਬੈਸਟ ਲਿਵਿੰਗ ਗਰੁੱਪ ਹੋਏਗਾ। ਅਗਰ ਅਸੀਂ ਆਰਡਰ ਆਫ ਇਲੈਕਟ੍ਰੋਨੈਗੇਟਿਵਿਟੀ ਦੇ ਬੇਸਡ ਆਰਡਰ ਦੇਖੀਏ ਫਿਰ ਸਾਡੇ ਕੋਲ ਕਲੋਰੀਨ ਪਹਿਲਾਂ ਆਏਗਾ, Br ਪਹਿਲਾਂ ਬਾਅਦ ਚੋਂ ਆਏਗਾ ਔਰ ਉਸ ਤੋਂ ਬਾਅਦ ਆਇਓਡੀਨ ਆਏਗਾ, ਕਿਉਂਕਿ ਕਲੋਰੀਨ ਇਜ਼ ਦ ਇਲੈਕਟ੍ਰੋਨੈਗੇਟਿਵ ਐਲੀਮੈਂਟ, ਮੋਰ ਇਲੈਕਟ੍ਰੋਨੈਗੇਟਿਵ ਐਜ਼ ਕੰਪੇਅਰ ਟੂ Br ਐਂਡ ਆਇਓਡੀਨ। ਬਟ ਨੋਰਮਲ ਅਗਰ ਅਸੀਂ ਐਕਚੁਅਲ ਦੇ ਵਿੱਚ ਆਰਡਰ ਦੇਖੀਏ ਤਾਂ ਫਿਰ ਸਾਡੇ ਕੋਲ ਪਹਿਲਾਂ ਆਇਓਡੀਨ ਆਣੀ ਹੈ, ਫਿਰ Br ਆਣਾ ਵੇ, ਫਿਰ ਕੀ Cl ਆਏਗਾ ਔਰ ਫਿਰ ਕੀ ਆਏਗਾ ਸਾਡੇ ਕੋਲ, ਫਲੋਰੀਨ ਆਏਗਾ। ਠੀਕ ਹੈ ਇਹ ਆਰਡਰ ਬੇਟਾ ਕਿਸ ਚੀਜ਼ ਦੇ ਉੱਪਰ ਡਿਪੈਂਡ ਕਰਦਾ ਪਿਆ, ਜਿਹੜਾ ਮੇਨ ਆਰਡਰ ਹੈਗਾ ਬੌਂਡ ਡਿਸੋਸੀਏਸ਼ਨ ਐਂਥੈਲਪੀ। ਆਲਰੇਡੀ ਅਸੀਂ P ਬਲੌਕ ਦੇ ਵਿੱਚ ਵੀ ਪੜਿਆ
ਸੀਗਾ ਵੈਨ ਵੀ ਮੂਵ ਅਲੋਂਗ ਦ ਪੀਰੀਅਡ ਤੇ ਜਿਹੜਾ ਸਾਡਾ ਗਰੁੱਪ ਹੈਗਾ ਉਹ ਕੀ ਸਾਈਜ਼ ਹੈ ਜਿਹੜਾ ਮੈਟਲ ਐਟਮ ਦਾ ਉਹ ਕੀ ਹੁੰਦਾ ਜਾਂਦਾ ਇੰਕਰੀਜ਼ ਹੁੰਦਾ ਜਾਂਦਾ। ਜਦੋਂ ਸਾਈਜ਼ ਵੱਡਾ ਹੋ ਜਾਏਗਾ ਤੇ ਆਰ ਔਰ ਆਈ ਦੇ ਵਿੱਚ ਬੌਂਡ ਜਿਹੜਾ ਵਾ ਉਹਨੂੰ ਤੋੜਨਾ ਕੀ ਹੋ ਜਾਏਗਾ ਈਜ਼ੀ ਹੋ ਜਾਏਗਾ। ਠੀਕ ਹੈ, ਸੋ ਹੁਣ ਅਸੀਂ ਕੁਝ ਐਗਜ਼ਾਮਪਲਸ ਡਿਸਕਸ ਕਰਾਂਗੇ ਜਿਹਦੇ ਵਿੱਚ ਨਿਊਕਲੀਓਫਾਈਲ ਕੀ ਕਰੇਗਾ ਸਬਸਟੀਟਿਊਟ ਕਰੇਗਾ। ਫਸਟ ਬੇਟਾ ਹੈਗਾ ਸਾਡੇ ਕੋਲ ਸਬਸਟੀਟਿਊਸ਼ਨ ਬਾय ਹਾਈਡਰੋਕਸਲ ਗਰੁੱਪ ਔਰ ਜਿਹਦੇ ਵਿੱਚ ਸਾਡੇ ਕੋਲ ਕੀ ਬਣੇਗਾ ਫਾਰਮੇਸ਼ਨ ਆਫ ਦ ਐਲਕੋਹਲ। ਇਸ ਕੇਸ ਦੇ ਵਿੱਚ ਦੇਖੋ ਅਲਕਾਈਲ ਹੈਲਾਈਡ ਇਹ ਜਰਨਲ ਰਿਐਕਸ਼ਨ ਹੈ। ਕੋਈ ਵੀ ਰਿਐਕਸ਼ਨ ਜਿਹੜਾ ਆਰ ਦੇ ਨਾਲ ਰਿਪਰੈਜ਼ੈਂਟ ਕੀਤਾ ਜਾਂਦਾ ਉਹ ਕਿਹੜਾ ਹੁੰਦਾ ਸਾਡੇ ਕੋਲ ਜਰਨਲ ਰਿਐਕਸ਼ਨ ਹੈ। RX ਕਿਹਦੇ ਨਾਲ ਰਿਐਕਟ ਕਰਦਾ ਪਿਆ ਪੋਟਾਸ਼ੀਅਮ ਹਾਈਡਰੋਕਸਾਈਡ ਦੇ ਨਾਲ। ਜਦੋਂ ਵੀ ਅਸੀਂ ਅਲਕੋਹਲ ਬਣਾਣੀ ਹੈ ਤੇ ਅਸੀਂ ਕਿਹਦੇ ਨਾਲ ਰਿਐਕਟ ਕਰਵਾਉਣਾ ਉਹਨੂੰ ਪੋਟਾਸ਼ੀਅਮ ਹਾਈਡਰੋਕਸਾਈਡ ਦੇ ਨਾਲ ਰਿਐਕਟ ਕਰਵਾਉਣਾ ਜਿਹਦੇ ਵਿੱਚ KX ਬਾਹਰ ਨਿਕਲ ਜਾਏਗਾ ਔਰ ਪਿੱਛੇ ਕੀ ਬਣੇਗਾ ਸਾਡੇ ਕੋਲ ਐਲਕੋਹਲ ਦੀ ਫਾਰਮੇਸ਼ਨ ਹੋ ਜਾਏਗੀ। ਉਸੇ ਤਰ੍ਹਾਂ ਹੀ ਬ੍ਰੋਮੋਈਥੇਨ R ਦੀ ਜਗ੍ਹਾ ਤੇ ਅਗਰ ਅਸੀਂ ਇਥਾਈਲ ਲੈ ਲਈਏ ਤੇ ਕੀ ਬਣ ਗਿਆ ਬ੍ਰੋਮੋਈਥੇਨ ਜਦੋਂ KBr ਨਿਕਲ ਜਾਏਗਾ ਇਸ ਕੇਸ ਦੇ ਵਿੱਚ ਕੀ ਬਣ ਜਾਏਗਾ ਸਾਡੇ ਕੋਲ ਇਥੇਨॉल ਬਣ ਜਾਏਗਾ। ठीक है, इथेन सीगा तो की बन गया इथेनॉल बन गया और प्लस की निकल गया बाय प्रोडक्ट KBr निकल गया। नैक्सट है साढ़े कोल बेटा सबसटीट्यूशन बाय एल्कोक्सी ग्रुप। एल्कोक्सी ग्रुप के थ्रू असी की बना सकते हैं ईथर्स बना सकते हैं। RX प्लस की आएगा साढ़े कोल NaOR सोडियम एल्कोक्साइड आएगा NaX निकल जाएगा पिछे की बच जाएगा ईथर्स ROR क्योंकि सानू पता है कि ईथर का जनरल फॉर्मूला की होंगे दो अल्काइल ग्रुप के विच की प्रेजेंट होंदा वे एक O प्रेजेंट होंदा वे। सो ये एग्जाम्पल एक तुसी याद कर लैनी है। सो जदों भी असी अल्काइल हैलाइड मतलब हैलोअल्केन तो जदों असी ईथर बनाने हैं उस ईथर बनाने की प्रोसैस नूं असी की कह दिंदे आ विलियमसन्स सिंथेसिस कह दिंदे की कहने इनू असी विलियमसन्स सिंथेसिस। बेटा तुहानूं ये रिएक्शन सिंपल भी आ सकती है जिस तरह नेमिंग रिएक्शन है गिव विलियमसन सिंथेसिस रिएक्शन या फिर इदा रिएक्टेंट लिख के अगे पूछा जा सकता है कि कंप्लीट द फॉलोइंग रिएक्शन। दो तरीके दे नाल तुहानूं क्वेश्चंस बन के आ सकते हैं। नैक्सट आ गया साडे कोल बेटा सबसटीट्यूशन बाय द साइनो ग्रुप। ਇਹਦੇ ਵਿੱਚ ਅਸੀਂ ਕੀ ਬਣਾਉਣਾ ਹੈ ਫਾਰਮੇਸ਼ਨ ਕਰਨੀ ਹੈ ਆਪਾਂ ਸਾਇਨਾਈਡ ਦੀ। ਸਾਇਨਾਈਡ ਦੀ ਫਾਰਮੇਸ਼ਨ ਕਰਨ ਵਾਸਤੇ ਅਸੀਂ ਕਿਹਦੇ ਨਾਲ ਰਿਐਕਟ ਕਰਾਂਗੇ ਹੈਲੋਅਲਕੇਨ ਨੂੰ KCN ਦੇ ਨਾਲ ਰਿਐਕਟ ਕਰਾਂਗੇ RX plus KCN। ਹੁਣ KX ਬਾਹਰ ਨਿਕਲ ਜਾਏਗਾ ਪਿੱਛੇ ਕੀ ਬਚ ਗਿਆ RCN ਬਚ ਗਿਆ। CN ਕੀ ਹੁੰਦਾ ਸਾਡੇ ਕੋਲ ਸਾਇਨਾਈਡ ਹੁੰਦਾ। ਕੰਪਾਊਂਡ ਦਾ ਨਾਮ ਕੀ ਹੋ ਗਿਆ कंपाउंड का नाम क्या हो गया साढ़े कोल अल्केन नाइट्राइल हो गया। CH3 आई नू रिएक्ट करवावांगे KCN दे नाल ते की बनेगा इथेन नाइट्राइल बन जाएगा साढ़े कोल और KI बाहर निकल जाएगा। ठीक है, और जदों भी असी साइनो ग्रुप की पार्शियल हाइड्रोलिसिस करवानी है तो साढ़े कोल एसिडमाइड बनता। अगर असी उहदी कंप्लीट हाइड्रोलिसिस करवाने तो कार्बोक्सिलिक एसिड बनता और अगर असी उहदी रिडक्शन करवाने हैं सायनाइड कंपाउंड्स की तो फिर साढ़े कोल की बनता है मैंडियस रिएक्शन बनता प्राइमरी अमीन बनता। मैंडियस रिएक्शन भी बेटा काफ़ी इंपॉर्टेंट नेमिंग रिएक्शन है जिहदे विच असी किसी भी अल्काइल सायनाइड नू रिएक्ट करवावांगे रिडक्शन करवावांगे इन द प्रेजेंस ऑफ द सोडियम एंड इथेनॉल ये की बनेगा साढ़े कोल प्राइमरी अमीन दे देगा। सो ये तीन रिएक्शंस बेटा हैगे है सायनाइड्स दे फर्दर सायनाइड्स की पार्शियल हाइड्रोलिसिस कंप्लीट हाइड्रोलिसिस और ओदी रिडक्शन। ये नेमिंग रिएक्शन ज़्यादा इंपॉर्टेंट है इन्हां दोनों तो ज़्यादा। ओके, ਹੁਣ ਇੱਥੇ बेटा देखो ਜਦੋਂ भी ਅਸੀਂ ਹੈਲੋਅਲਕੇਨ ਨੂੰ KCN ਦੇ ਨਾਲ ਰਿਐਕਟ ਕਰਵਾਉਣੇ ਪਏ ਹਾਂ ਤੇ ਸਾਡੇ ਕੋਲ ਕੀ ਪ੍ਰੋਡਕਟ ਬਣਦਾ ਪਿਆ ਸਾਇਨਾਈਡ ਬਣਦਾ ਪਿਆ। ਔਰ ਅਗਰ ਅਸੀਂ KCN ਨੂੰ ਹੈਲੋਅਲਕੇਨ ਨੂੰ AgCN ਦੇ ਨਾਲ ਰਿਐਕਟ ਕਰਵਾਉਣੇ ਪਏ ਤੇ ਸਾਡੇ ਕੋਲ ਕਿਹੜਾ ਪ੍ਰੋਡਕਟ ਬਣਦਾ ਪਿਆ ਆਈਸੋਸਾਇਨਾਈਡ। बेटा ਅਸੀਂ ਪਿੱਛੇ ਪੜਿਆ ਸੀਗਾ ਜਦੋਂ ਅਸੀਂ ਕੋਆਰਡੀਨੇਸ਼ਨ ਕੰਪਾਊਂਡ ਕੀਤਾ ਕਿ CN ਜਿਹੜਾ ਸਾਡੇ ਕੋਲ ਹੈਗਾ ਉਹ ਇੱਕ ਐਂਬੀਡੈਂਟ ਨਿਊਕਲੀਓਫਾਈਲ ਹੈ। ਐਂਬੀਡੈਂਟੇਟ ਨਿਊਕਲੀਓਫਾਈਲ ਉਹ ਵਾਲੇ ਨਿਊਕਲੀਓਫਾਈਲ ਹੁੰਦੇ ਨੇ ਜਿਹੜੇ ਦੋਨੋਂ ਸਾਈਡਸ ਤੋਂ ਕੀ ਕਰ ਸਕਦੇ ਨੇ ਅਟੈਕ ਕਰ ਸਕਦੇ ਨੇ। ਇਹਦੇ ਵਿੱਚ ਦੇਖੋ ਬ੍ਰੋਮੋਈਥੇਨ AgCN ਦੇ ਨਾਲ ਰਿਐਕਟ ਕਰਕੇ ਆਈਸੋਸਾਇਨਾਈਡ ਦਿੰਦਾ ਪਿਆ ਜਦ ਕਿ ਪਿੱਛੇ ਆਪਾਂ ਕੀ ਪੜਿਆ ਕਿ KCN ਦੇ ਨਾਲ ਰਿਐਕਟ ਕਰਕੇ ਕੀ ਬਣਦਾ ਪਿਆ ਸਾਇਨਾਈਡ ਬਣਦਾ ਪਿਆ। ਸੋ ਇਹਦੇ ਤੋਂ ਇੱਕ ਬਹੁਤ ਇੰਪੋਰਟੈਂਟ ਕੁਐਸਚਨ ਨਿਕਲ ਕੇ ਆਉਂਦਾ ਵਾ कि वाई हैलोअल्केन्स गिव हैलोअल्केन्स सायनाइड दिंदियां ने KCN दे नाल एंड आइसोसायनाइड दिंदियां ने AgCN दे नाल। इस क्वेश्चन दा की आंसर हो सकता दिस इज़ वेरी 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 इंपॉर्टेंट क्वेश्चन। ਇਹਦਾ बेटा अगर एक नंबर ਦੇ ਵਿੱਚ ਆਏ तो फिर ਅਸੀਂ सिंपल इन्ना लिखना वा कि ਜਿਹੜਾ KCN हैगा ਸਾਡੇ ਕੋਲ ਉਹ ਇੱਕ ਆਇਨਿਕ स्पीशीज़ है आयनिक कंपाउंड है और ਜਿਹੜਾ ਸਾਡੇ ਕੋਲ AgCN हैगा ਉਹ ਕੀ ਹੈਗਾ ਸਾਡੇ ਕੋਲ कोवलेंट कंपाउंड है। ठीक है, सो पूरा अगर 2 या 3 नंबर ਦੇ ਵਿੱਚ ਆਏਗਾ फिर ਤੁਸੀਂ पूरा रीजन लिखना है कि KCN आयनिक होने करके दोनों ही साइड ਦੇ ਵਿੱਚ ਕਾਰਬਨ और नाइट्रोजन दोनों ही ਉਹਦੀਆਂ ਸਾਈਡਸ फ्री ਹੁੰਦੀਆਂ ਨੇ ਇਲੈਕਟ੍ਰੋਨ ਨੂੰ ਡੋਨੇਟ ਕਰਨ ਦੀਆਂ ਔਰ ਪੇਅਰ ਬਣਾਉਣ ਦੀਆਂ। ਸਿੰਸ ਜਿਹੜਾ ਕਾਰਬਨ ਕਾਰਬਨ ਬੌਂਡ ਸਟਰੋਂਗਰ ਦੈਨ ਦਾ ਕਾਰਬਨ ਨਾਈਟ੍ਰੋਜਨ ਬੌਂਡ ਹੈ ਇਸ ਕਰਕੇ ਅਟੈਕ ਜਿਹੜਾ ਉਹ ਕਿਹਦੇ ਥਰੂ ਹੁੰਦਾ ਪਿਆ ਕਾਰਬਨ ਦੇ ਥਰੂ ਹੁੰਦਾ ਪਿਆ ਸਾਇਨਾਈਡ ਬਣਦਾ ਪਿਆ ਸਾਡੇ ਕੋਲ ਇਸ ਕੇਸ ਦੇ ਵਿੱਚ। ਠੀਕ ਹੈ, ਉਸ ਤੋਂ ਬਾਅਦ ਇਹ ਰਿਐਕਸ਼ਨ ਲਿਖ ਦੇਣਾ ਤੁਸੀਂ। ਬਟ ਔਨ ਦਾ ਅਦਰ ਹੈਂਡ ਅਗਰ ਅਸੀਂ ਇੱਕ AgCN ਦੀ ਗੱਲ ਕਰੀਏ ਤਾਂ ਕੀ ਆਏਗਾ ਇਸ ਕੇਸ ਦੇ ਵਿੱਚ ਕਿ AgCN ਜਿਹੜਾ ਹੈਗਾ ਉਹ ਕੋਵਲੈਂਟ ਕੰਪਾਊਂਡ ਹੈ ਕੋਵਲੈਂਟ ਨੇਚਰ ਦਾ ਵਾ। ਇਸ ਕੇਸ ਦੇ ਵਿੱਚ ਨਾਈਟ੍ਰੋਜਨ ਐਟਮ ਹੀ ਸਿਰਫ ਫ੍ਰੀ ਹੁੰਦਾ ਆਪਣੇ ਇਲੈਕਟ੍ਰੋਨ ਡੋਨੇਟ ਕਰਨ ਲਈ ਔਰ ਇਸ ਕਰਕੇ ਨਾਈਟ੍ਰੋਜਨ ਦੇ ਥਰੂ ਬੌਂਡਿੰਗ ਹੁੰਦੀ ਪਈ ਔਰ ਕੀ ਬਣਾਏਗਾ ਅਲਕਾइल आइसोसायनाइड्स बनाएगा। ठीक है, लास्ट ਦੇ ਵਿੱਚ
देखो कोई भी हैलो अल्केन जो KCN ਦੇ ਨਾਲ ਰਿਐਕਟ ਕਰਦੀ ਹੈ ਤੇ ਸਾਇਨਾਈਡ ਬਣਾਉਂਦੀ ਹੈ ਕਿਉਂਕਿ ਅਟੈਕ ਕਿਹਦੇ ਥਰੂ ਹੁੰਦਾ ਪਿਆ ਵੇ ਕਿਹਦੇ ਥਰੂ ਬੌਂਡ ਬਣਦਾ ਪਿਆ ਕਾਰਬਨ ਦੇ ਨਾਲ ਔਰ ਜਦੋਂ ਵੀ ਕੋਈ ਵੀ ਹੈਲੋ ਅਲਕੇਨ AgCN ਦੇ ਨਾਲ ਰਿਐਕਟ ਕਰਦੀ ਪਈ ਹੈ ਤੇ ਆਈਸੋਸਾਇਨਾਈਡ ਬਣਾਉਂਦੀ ਪਈ ਕਿਉਂਕਿ ਬੌਂਡ ਕਿਹਦੇ ਥਰੂ ਬਣਦਾ ਪਿਆ ਨਾਈਟ੍ਰੋਜਨ ਦੇ ਨਾਲ ਠੀਕ ਹੈ ਸੋ ਦਿਸ ਇਜ਼ ਵੈਰੀ ਇੰਪੋਰਟੈਂਟ ਕੁਐਸਚਨ ਇਹਨੂੰ ਯਾਦ ਕਰਨਾ ਨਾ ਭੁੱਲਣਾ ਨੈਕਸਟ ਅਗੇਨ ਵੈਰੀ ਇੰਪੋਰਟੈਂਟ ਨੇਮਿੰਗ ਰਿਐਕਸ਼ਨ ਹੌਫਮੈਨ ਅਮੋਨੋਲਿਸਿਸ ਰਿਐਕਸ਼ਨ ਇਹਦੇ ਵਿੱਚ ਵੀ ਬੇਟਾ ਕੀ ਹੁੰਦਾ ਹੈ ਫਾਰਮੇਸ਼ਨ ਆਫ ਅਮੀਨਸ ਅਸੀਂ ਬਣਾ ਰਹੇ ਹਾਂ ਇਸ ਕੇਸ ਦੇ ਵਿੱਚ ਸਬਸਟੀਟਿਊਸ਼ਨ ਬਾਈ ਅਮੀਨੋ ਗਰੁੱਪ ਕੋਈ ਵੀ ਹੈਲੋ ਅਲਕੇਨ ਜਦੋਂ ਅਮੋਨੀਆ ਦੇ ਨਾਲ ਰਿਐਕਟ ਕਰਦਾ HX ਬਾਹਰ ਨਿਕਲ ਜਾਂਦਾ ਪਿੱਛੇ ਕੀ ਬਚਦਾ ਪਿਆ ਸਾਡੇ ਕੋਲ RNH2 ਠੀਕ ਹੈ ਪਹਿਲਾਂ RNH2 ਬਚੇਗਾ ਮਤਲਬ ਪ੍ਰਾਇਮਰੀ ਅਮੀਨ ਬਣ ਗਿਆ ਸਾਡੇ ਕੋਲ ਫॉर एग्जांपल ਦੇਖੋ ਬ੍ਰੋਮੋ ਇਥੇਨ ਨੂੰ NH3 ਦੇ ਨਾਲ ਰਿਐਕਟ ਕਰਵਾਵਾਂਗੇ ਪਹਿਲਾਂ ਕੀ ਬਣੇਗਾ ਇਥੇਨ ਅਮਾਈਨ ਬਣੇਗਾ फिर HBr रिलीज हो जाएगा मतलब प्राइमरी अमीन बन गया हुण फर्दर प्राइमरी अमीन ने रिएक्ट करना वे हैलो अल्केन दे नाल ते की बनेगा फिर इस केस दे विच भी HBr निकल जाएगा इधरों H जाएगा और इधरों Br निकल जाएगा की बनेगा साडे कोल सेकेंडरी अमीन बनेगा पहला इथाइल अमीन बन गया फिर डाईथाइल अमीन बन गया हाले भी एक हाइड्रोजन बचा वे फर्दर ए वाला हाइड्रोजन किहदे नाल रिएक्ट करेगा अगेन हैलो अल्केन दे नाल रिएक्ट करके की करेगा ए वाला हाइड्रोजन भी HBr निकल जाएगा फिर की बनेगा टर्शरी अमीन बन जाएगा सो ਜਦੋਂ ਵੀ ਅਸੀਂ ਹੈਲੋ ਅਲਕੇਨ ਨੂੰ ਬੇਟਾ ਅਮੋਨੀਆ ਦੇ ਨਾਲ ਰਿਐਕਟ ਕਰਵਾਉਂਦੇ ਪਏ ਹਾਂ ਤੇ ਸਾਡੇ ਕੋਲ 3 ਹਾਈਡਰੋਜਨ ਹੈ ਔਰ 3 ਸਟੈਪ ਦੇ ਵਿੱਚ ਰਿਐਕਸ਼ਨ ਚੱਲਦਾ ਪਿਆ ਵਾ ਔਰ ਸਾਡੇ ਕੋਲ ਹਰ ਇੱਕ ਸਟੈਪ ਦੇ ਵਿੱਚ ਪ੍ਰਾਇਮਰੀ ਸੈਕੰਡਰੀ ਔਰ ਟਰਸ਼ਰੀ ਅਮੀਨ ਬਣਦੇ ਪਏ ਇਸ ਰਿਐਕਸ਼ਨ ਨੂੰ ਅਸੀਂ ਕੀ ਕਹਿਣਾ ਹੌਫਮੈਨ ਅਮੋਨੋਲਿਸਿਸ ਰਿਐਕਸ਼ਨ ਕਹਾਂਗੇ ਨੈਕਸਟ ਆ ਗਿਆ ਸਬਸਟੀਟਿਊਸ਼ਨ ਬਾय ਦ ਨਾਈਟ੍ਰਾਈਟ ਗਰੁੱਪ ਮਤਲਬ ਫਾਰਮੇਸ਼ਨ ਆਫ ਦ ਨਾਈਟ੍ਰਾਈਟ ਜਦੋਂ ਵੀ ਅਸੀਂ ਹੈਲੋ ਅਲਕੇਨ ਨੂੰ KNO2 ਦੇ ਨਾਲ ਰਿਐਕਟ ਕਰਵਾਉਣਾ ਪੋਟਾਸ਼ੀਅਮ ਨਾਈਟ੍ਰਾਈਟ ਦੇ ਨਾਲ ਰਿਐਕਟ ਕਰਵਾਉਣਾ ਤੇ ਸਾਡੇ ਕੋਲ ਅਲਕਾਈਲ ਨਾਈਟ੍ਰਾਈਟ ਬਣੇਗਾ ਔਰ ਜਦੋਂ ਵੀ ਅਸੀਂ ਹੈਲੋ ਅਲਕੇਨ ਨੂੰ ਰਿਐਕਟ ਕਰਵਾਉਣਾ AgNO2 ਦੇ ਨਾਲ ਤੇ ਸਾਡੇ ਕੋਲ ਕੀ ਬਣੇਗਾ ਨਾਈਟ੍ਰੋ ਅਲਕੇਨ ਬਣੇਗਾ ਅਗੇਨ ਬੇਟਾ ਇੱਥੇ ਸੇਮ ਪਿਛਲੇ ਵਾਲਾ ਕੁਐਸਚਨ ਹੀ ਅਰਾਈਜ਼ ਹੋਏਗਾ ਕਿ ਨਾਈਟ੍ਰਾਈਟ ਜਦੋਂ KNO2 ਦੇ ਨਾਲ ਰਿਐਕਟ ਕਰਵਾਉਣੇ ਪਏ ਤੇ ਨਾਈਟ੍ਰਾਈਟ ਬਣਦਾ ਪਿਆ ਜਦੋਂ AgNO2 ਦੇ ਨਾਲ ਰਿਐਕਟ ਕਰਵਾਉਣੇ ਪਏ ਤੇ ਕੀ ਬਣਦਾ ਪਿਆ ਨਾਈਟ੍ਰੋ ਅਲਕੇਨ ਬਣਦਾ ਪਿਆ ਇਹਦੇ ਵਿੱਚ ਵੀ ਬੇਟਾ ਸੇਮ ਰੀਜ਼ਨ ਆਏਗਾ ਸਾਡੇ ਕੋਲ ਜਿਹੜਾ ਅਲਕਾਈਲ ਨਾਈਟ੍ਰਾਈਟ जो साढ़े कोल मैटल नाइट्राइट हैगा बेटा वो एक आयनिक कंपाउंड है और जो सिल्वर नाइट्राइट हैगा वो केड़ा कंपाउंड है साढ़े कोल एक कोवलेंट कंपाउंड है ठीक है सो ये भी सेम पिछला रीजन ही असी एक्सप्लेन करांगे नैक्सट है बेटा साढ़े कोल टू टाइप ऑफ न्यूक्लियोफिलिक सबसटीट्यूशन रिएक्शन ठीक है बेटा असी न्यूक्लियोफिलिक सबसटीट्यूशन रिएक्शन पढ़ते पे हैं जिहदे अंदर असी काफ़ी सारियां उहदी एग्जांपल्स देख लिया किस तरह न्यूक्लियोफाइल अटैक करता पिया अल्काइल हैलाइड दे नाल और उस तो बाद साढ़े कोल दो तरह दीयां न्यूक्लियोफिलिक सबसटीट्यूशन रिएक्शनस आंदियां ने एक है साढ़े कोल SN1 और एक है साढ़े कोल SN2 ठीक है ਇਹਦੇ ਵਿੱਚ ਅਸੀਂ ਕੀ ਕਰਨਾ ਉਹਨਾਂ ਦੇ ਰਿਐਕਸ਼ਨਸ ਦੇਖਣੇ ਨੇ ਉਹਨਾਂ ਦੀ ਮੈਕੈਨਿਜ਼ਮ ਦੇਖਣੀ ਔਰ ਉਹਨਾਂ ਦਾ ਕੀ ਆਰਡਰ ਆਫ ਰਿਐਕਟੀਵਿਟੀ ਹੈਗਾ ਸੋ ਫਰਸਟਲੀ ਆਪਾਂ ਡਿਸਕਸ ਕਰਦੇ ਹਾਂ ਪਹਿਲਾਂ SN2 ਰਿਐਕਸ਼ਨਸ ਜਾਂ SN2 ਮੈਕੈਨਿਜ਼ਮ ਨਿਊਕਲੀਓਫਿਲਿਕ SN ਦਾ ਮਤਲਬ ਕੀ ਹੈਗਾ ਸਬਸਟੀਟਿਊਸ਼ਨ ਨਿਊਕਲੀਓਫਿਲਿਕ ਬਾਇਓਮੋਲੀਕੂਲਰ ਰਿਐਕਸ਼ਨਸ ਠੀਕ ਹੈ ਸਬਸਟੀਟਿਊਸ਼ਨ ਨਿਊਕਲੀਓਫਿਲਿਕ ਬਾਇਓਮੋਲੀਕੂਲਰ ਰਿਐਕਸ਼ਨ ਹੁਣ ਇਹਦੇ ਨਾਮ ਤੋਂ ਹੀ ਬੇਟਾ ਕਲੀਅਰ ਹੈ ਕਿ ਜਿਹੜਾ ਨਿਊਕਲੀਓਫਾਈਲ ਨੇ ਸਬਸਟੀਟਿਊਟ ਕਰਨਾ ਉਹ ਕਿਹਦੇ ਥਰੂ ਕਰਨਾ ਬਾਇਓਮੋਲੀਕੂਲਰ मतलब ਜਿਹੜਾ ਰੇਟ ਆਫ ਰਿਐਕਸ਼ਨ ਹੋਏਗਾ ਉਹ ਟੂ ਸੈਕੰਡ ਆਰਡਰ ਕਾਇਨੈਟਿਕਸ ਨੂੰ ਕੀ ਕਰੇਗਾ फॉलो करेगा इस रिएक्शन के दो मॉलिक्यूल्स पार्टिसिपेट करते हैं और उस तो बाद अगर असी रेट बनाने तो रेट जोड़ा होएगा वो डिपेंड करेगा कंसनट्रेशन ऑफ बोथ द रिएक्टेंट फॉर एग्जांपल साढ़े को देखो मिथाइल ब्रोमाइड है और हाइड्रोक्साइड आयन है जो ये दोनों रिएक्ट करते पे तो साढ़े को बनता पे मिथेनॉल बनता पे और Br एज अ लिविंग ग्रुप की करता पे बाहर निकलता पे हुण अगर असी रेट ऑफ रिएक्शन लिखिए इस रिएक्शन का तो असी कैमिकल काइनेटिक्स के सीखा है कितना रेट ऑफ रिएक्शन लिखते हैं रेट ऑफ रिएक्शन रेट मतलब R कि आ जाएगा K इंटू मोलर कंसनट्रेशन ऑफ A एंड मोलर कंसनट्रेशन ऑफ द B रिएक्टेंट A और B दी मोलर कंसनट्रेशन मतलब कितना ऑर्डर हो गया 1 + 1 कितना हो गया 2 सो रेट जो डिपेंड करता पे कंसनट्रेशन ऑफ बोथ द रिएक्टेंट्स के उपर डिपेंड करता पे इस करके इस रिएक्शन का नाम की हैगा सबसटीट्यूशन न्यूक्लियोफिलिक बायोमोलीक्यूलर रिएक्शन हैगा इस कंपाउंड का नाम नैक्सट है दी मैकेनिज्म देखो कि होया की है कि न्यूक्लियोफाइल ने अटैक करना कार्बन के उपर किहड़े कार्बन के उपर अटैक करेगा किसी भी अल्काइल हैलाइड के सेंट्रल कार्बन के उपर की करेगा अटैक करेगा जो न्यूक्लियोफाइल कार्बन के उपर अटैक करेगा उस तो बाद की बनेगा ट्रांजिशन स्टेट आएगी ट्रांजिशन स्टेट का मतलब है कि OH और कार्बन के विच बॉन्ड बनता पिया और कार्बन और Br के विच बॉन्ड की करता पिया ब्रेक हो रहा है वो वाली पोजीशन जो दोनों के विच बॉन्ड मेकिंग एंड बॉन्ड ब्रेकिंग होंदी पई उस कंडीशन असी की कह देना ट्रांजिशन स्टेट कह देवांगे ट्रांजिशन स्टेट जिहड़ी हैगी है ये अनस्टेबल स्टेट होंदी है ज़्यादा देर तक नहीं रुकती जल्दी ही की करेगा OH कार्बन के नाल बॉन्ड बना लेगा और Br नूं एज अ लिविंग ग्रुप की करेगा बाहर भेज देगा जनरल रिएक्शन अगर असीं देखिए तो ये होया साडे कोल C2H5Br अल्काइल हैलाइड है OH नैगेटिव ने अटैक किया मतलब न्यूक्लियोफाइल ने किहदे ते अटैक किया कार्बन के उपर अटैक किया कि बन गया C2H5 इथेनॉल बन गया और Br एज अ लिविंग ग्रुप की कर गया बाहर निकल गया दिस इज द मैकेनिज्म ऑफ द सबस्टिट्यूशन
ਸਬਸਟੀਟਿਊਸ਼ਨ ਨਿਊਕਲੀਓਫਿਲਿਕ ਬਾਇਓਮੋਲੀਕੂਲਰ ਰਿਐਕਸ਼ਨ। ਇੱਕ ਚੀਜ਼ ਦਾ ਬੇਟਾ ਤੇ ਧਿਆਨ ਦੇਣਾ ਤੁਸੀਂ ਕਿ ਜਿਹੜਾ ਸਾਡੇ ਕੋਲ SN2 ਰਿਐਕਸ਼ਨ ਹੈਗੀ ਉਹਦੀ ਮੈਕੈਨਿਜ਼ਮ ਜਿਹੜੀ ਹੈਗੀ ਉਹ ਸਿੰਗਲ ਸਟੈਪਡ ਰਿਐਕਸ਼ਨ ਹੈਗੀ ਹੈ। ਨੈਕਸਟ ਆ ਗਿਆ ਦਾ ਆਰਡਰ ਆਫ ਰਿਐਕਟੀਵਿਟੀ। ਆਰਡਰ ਆਫ ਰਿਐਕਟੀਵਿਟੀ ਅਗਰ ਅਸੀਂ ਦੇਖੀਏ ਤੇ ਮਿਥਾइल ਹੈਲਾइड ਜ਼ਿਆਦਾ ਸਟੇਬਲ ਹੈ ਐਜ਼ ਕੰਪੇਅਰ ਟੂ ਪ੍ਰਾਇਮਰੀ ਹੈਲਾइड ਐਜ਼ ਕੰਪੇਅਰ ਟੂ ਸੈਕੰਡਰੀ ਐਂਡ ਟਰਸ਼ਰੀ। देखो एक बार CH3 ग्रुप लगा तो मतलब प्राइमरी, 2 बार CH3 लगा तो सेकेंडरी, 3 बार CH3 लगा तो टर्शरी। वाई दिस ऑर्डर, वाई इट फॉलोज दिस ऑर्डर, बेटा क्यों ये ऑर्डर फॉलो हो रहा है? देखो ਉਹਦਾ ਰੀਜ਼ਨ ਕੀ ਹੈ, ਕਿਉਂਕਿ ਜਿੱਦਾਂ ਜਿੱਦਾਂ ਬੇਟਾ ਸਾਡੇ ਕੋਲ ਬਲਕਿਰ ਗਰੁੱਪਸ ਆਉਂਦੇ ਜਾਣਗੇ ਉਦਾਂ ਉਦਾਂ ਸਾਡੇ ਕੋਲ BR ਨੂੰ ਲੀਵਿੰਗ ਗਰੁੱਪ ਕੱਢਣਾ ਸਾਡੇ ਲਈ ਕੀ ਹੁੰਦਾ ਜਾਏਗਾ, ਮੁਸ਼ਕਿਲ ਹੁੰਦਾ ਜਾਏਗਾ, ਕਿਉਂਕਿ ਸਟੈਰਿਕ ਹਿੰਡਰੈਂਸ ਕੀ ਹੈ, ਵੱਧ ਜਾਏਗੀ। ਸੋ ਆਨਸਰ ਤੁਸੀਂ ਕੀ ਲਿਖਣਾ ਹੈ ਅਗਰ ਆਰਡਰ ਪੁੱਛਿਆ ਜਾਏ, ਦ ਪ੍ਰੈਜ਼ੈਂਸ ਆਫ ਬਲਕਿਰ ਸਬਸਟੀਟੂਐਂਟ ਗਰੁੱਪ ਨੀਅਰ ਦ ਕਾਰਬਨ ਐਟਮ ਹਿੰਡਰਸ ਦ ਅਟੈਕ ਆਫ ਦ ਨਿਊਕਲੀਓਫਾਈਲ। ਜਿੱਦਾਂ ਜਿੱਦਾਂ ਹੈਵੀਅਰ ਗਰੁੱਪ ਲਿਵਿੰਗ ਗਰੁੱਪ ਦੇ ਨਾਲ ਆਉਂਦੇ ਜਾਣਗੇ ਉਦਾਂ ਉਦਾਂ ਉਹਨਾਂ ਦਾ ਜਿਹੜੀ ਪੋਜੀਸ਼ਨ ਹੈਗੀ ਹੈ ਉਹ ਰਿਐਕਸ਼ਨ ਸਾਡਾ ਕੀ ਹੋ ਜਾਏਗਾ, ਸਲੋ, ਕਿਉਂਕਿ ਜ਼ਿਆਦਾ ਸਟੈਰਿਕ ਹਿੰਡਰੈਂਸ ਆ ਜਾਏਗੀ ਜਿੱਦਾਂ ਜਿੱਦਾਂ ਸਾਡੇ ਕੋਲ ਅਲਕਾਈਲ ਗਰੁੱਪ ਕੀ ਹੈ ਵਧਣਗੇ। ਨੈਕਸਟ ਆ ਗਿਆ SN2 ਤੋਂ ਬਾਅਦ ਬੇਟਾ ਅਸੀਂ ਡਿਸਕਸ ਕਰਾਂਗੇ SN1। ਇਹਦੇ ਵਿੱਚ ਕੀ ਹੈ, ਸਬਸਟੀਟਿਊਸ਼ਨ ਨਿਊਕਲੀਓਫਿਲਿਕ ਯੂਨੀਮੋਲੀਕੂਲਰ ਰਿਐਕਸ਼ਨ। ਇਸ ਰਿਐਕਸ਼ਨ ਦੇ ਵਿੱਚ ਅਗਰ ਅਸੀਂ ਦੇਖੀਏ ਤਾਂ ਰੇਟ ਆਫ ਰਿਐਕਸ਼ਨ ਡਿਪੈਂਡ ਕਰੇਗਾ ਕੰਸਨਟ੍ਰੇਸ਼ਨ ਆਫ ਅਲਕਾਈਲ ਹੈਲਾइड, ਔਰ ਜਦੋਂ ਰੇਟ ਆਫ ਰਿਐਕਸ਼ਨ ਇੱਕ ਹੀ ਸਪੀਸ਼ੀਜ਼ ਦੇ ਉੱਪਰ ਡਿਪੈਂਡ ਕਰਦਾ ਤੇ ਉਹ ਕਿਹੜੇ ਆਰਡਰ ਨੂੰ ਫੋਲੋ ਕਰਦਾ, ਫਸਟ ਆਰਡਰ ਨੂੰ ਫੋਲੋ ਕਰਦਾ। ਇਸ ਕਰਕੇ ਇਸ ਰਿਐਕਸ਼ਨ ਦਾ ਨਾਮ ਕੀ ਹੈਗਾ, ਸਬਸਟੀਟਿਊਸ਼ਨ ਨਿਊਕਲੀਓਫਿਲਿਕ ਯੂਨੀਮੋਲੀਕੂਲਰ ਰਿਐਕਸ਼ਨ। ਟਰਸ਼ਰੀ ਬੁਟਾਈਲ ਬ੍ਰੋਮਾਈਡ ਦੇਖੋ ਜਦੋਂ ਉਹਨੇ ਰਿਐਕਟ ਕੀਤਾ ਉਹਨੇ ਕੀ ਕੀਤਾ, ਸਿੱਧਾ Br ਨੂੰ ਕੀ ਕਰ ਦਿੱਤਾ, ਰਿਪਲੇਸ ਕਰ ਦਿੱਤਾ। ਟਰਸ਼ਰੀ ਬੁਟਾਈਲ ਬ੍ਰੋਮਾਈਡ ਤੋਂ ਕੀ ਬਣ ਗਿਆ, ਟਰਸ਼ਰੀ ਬੁਟਾਈਲ ਐਲਕੋਹਲ। ਔਰ ਇਸ ਕੇਸ ਦੇ ਵਿੱਚ ਸਿੰਪਲੀ ਜਿਹੜਾ ਰੇਟ ਹੋਏਗਾ ਉਹ ਕਿਹਦੇ ਦੇ ਉੱਪਰ ਡਿਪੈਂਡ ਕਰੇਗਾ, ਸਿਰਫ ਔਰ ਸਿਰਫ ਇੱਕ ਸਪੀਸ਼ੀਜ਼ ਦੇ ਉੱਪਰ ਹੀ ਡਿਪੈਂਡ ਕਰੇਗਾ। ਇਸ ਕਰਕੇ ਇਹਨੂੰ ਅਸੀਂ ਕੀ ਕਹਿ ਦਿੰਦੇ, ਯੂਨੀਮੋਲੀਕੂਲਰ ਰਿਐਕਸ਼ਨ ਵੀ ਕਹਿ ਦਿੰਦੇ ਹਾਂ। ਨਾਓ ਨੈਕਸਟ ਕਮ ਟੂ ਇਟਸ ਮੈਕੈਨਿਜ਼ਮ। अगर असीं इहदी मैकेनिज्म देखिए SN1 रिएक्शन की, तो मैकेनिज्म दे विच होया की है, फस्ट स्टैप दो स्टैप दे विच मैकेनिज्म होएगी साडे कोल फॉर्मेशन ऑफ द कार्बोकेटाइन। पहला देखो साडे कोल टर्शरी बुटाइल ब्रोमाइड सीगा, वो पहला कार्बोकेटाइन दे विच कन्वर्ट होएगा, टर्शरी बुटाइल कार्बोकेटाइन बनेगा और Br नेगेटिव निकल जाएगा, एंड दिस इज द स्लोएस्ट स्टैप। नैक्सट आएगा साडे कोल कि न्यूक्लियोफाइल फर्दर अटैक करेगा, पहला कार्बोकेटाइन बनेगा, फिर उस कार्बोकेटाइन के ऊपर कौन अटैक करेगा, न्यूक्लियोफाइल अटैक करेगा, और जो न्यूक्लियोफाइल अटैक करेगा तो फिर उनके विच की करेगा, बॉन्ड बनेगा और साडे कोल प्रोडक्ट की है आ जाएगा, डिजायर्ड प्रोडक्ट आ जाएगा। सो बट असी क्वेश्चन तुहाडे दिमाग दे विच आ सकदा है कि इस केस दे विच सिर्फ ते सिर्फ जिहड़ा साडे कोल रेट है वो सिर्फ एक स्पीशीज़ दे उपर ही क्यों डिपेंड कीता है। बेटा जी असी कैमिकल काइनेटिक्स दे विच पढ़िया सीगा कि जदों रिएक्शनस काफ़ी सारे स्टैप दे विच चलदे पे है, सो ਜਿਹੜਾ ਸਾਡਾ ਰਿਐਕਸ਼ਨ ਸਲੋਐਸਟ ਸਟੈਪ ਹੋਏਗਾ ਜਾਂ ਰੇਟ ਡਿਟਰਮਿਨਿੰਗ ਸਟੈਪ ਹੋਏਗਾ, ਜਿਹੜਾ ਪੂਰੇ ਰਿਐਕਸ਼ਨ ਦਾ ਰੇਟ ਹੈ ਸਿਰਫ ਉਸ ਰਿਐਕਸ਼ਨ ਦੇ ਉੱਪਰ ਹੀ ਕੀ ਕਰੇਗਾ, ਡਿਪੈਂਡ ਕਰੇਗਾ। ਸੋ ਇਸ ਰਿਐਕਸ਼ਨ ਦੇ ਵਿੱਚ अगर असी SN1 देखिए तो साडे कोल जिहड़ा फस्ट स्टैप हैगा वो स्लोएस्ट स्टैप है, इस करके रेट सिर्फ तो सिर्फ इस रिएक्शन के उपर की करेगा, डिपेंड करेगा। सो ये मैं रीजन लिख दिता। अगर असी इहदा ऑर्डर देखिए तो वी नो दैट कि कार्बोकेटाइन का ऑर्डर की हुंदा है, टर्शरी इज ग्रेटर दैन सैकेंडरी इज ग्रेटर दैन द प्राइमरी। दिस इज ऑल अबाउट द बेटा न्यूक्लियोफिलिक सबस्टिट्यूशन रिएक्शन। ਅਸੀਂ ਬੇਟਾ ਸਟਾਰਟਿੰਗ ਦੇ ਵਿੱਚ ਪੜਿਆ ਸੀਗਾ ਕਿ ਜਿਹੜੇ ਸਾਡੇ ਕੋਲ ਕੈਮੀਕਲ ਪ੍ਰੋਪਰਟੀਜ਼ ਹੈ ਹੈਲੋਲਕੇਨਸ ਦੀਆਂ, ਉਹ ਚਾਰ ਮੇਨ ਕੈਮੀਕਲ ਪ੍ਰੋਪਰਟੀਜ਼ ਹੈ। ਨਿਊਕਲੀਓਫਿਲਿਕ ਸਬਸਟੀਟਿਊਸ਼ਨ ਰਿਐਕਸ਼ਨ ਅਸੀਂ ਕੰਪਲੀਟ ਕਰ ਲਿਆ, ਉਸ ਤੋਂ ਬਾਅਦ ਆ ਰਿਹਾ ਸਾਡੇ ਕੋਲ ਐਲੀਮੀਨੇਸ਼ਨ ਰਿਐਕਸ਼ਨ। ਠੀਕ ਹੈ, ਸੋ ਐਲੀਮੀਨੇਸ਼ਨ ਰਿਐਕਸ਼ਨ ਦੇਖੋ ਇਹਦੇ ਨਾਮ ਤੋਂ ਹੀ ਕਲੀਅਰ ਹੈਗਾ ਵੈ ਕਿ ਕਿਸੇ ਵੀ ਹੈਲੋਲਕੇਨ ਨੂੰ ਜਦੋਂ ਅਸੀਂ ਰਿਐਕਟ ਕਰਵਾਵਾਂਗੇ ਪੋਟਾਸ਼ੀਅਮ ਹਾਈਡਰੋਕਸਾਈਡ ਦੇ ਨਾਲ ਜਾਂ ਕੋਈ ਵੀ ਹੋਰ ਕੰਪਾਊਂਡ ਦੇ ਨਾਲ, ਐਲੀਮੀਨੇਟ ਕੀ ਕਰੇਗਾ, ਸਾਡੇ ਕੋਲ ਡੀਹਾਈਡਰੋ ਹੈਲੋਜੀਨੇਸ਼ਨ ਹੋ ਜਾਏਗੀ ਇਸ ਕੇਸ ਦੇ ਵਿੱਚ, ਔਰ ਅਲਕੀਨ ਮੋਲੀਕਿਊਲ ਸਾਨੂੰ ਮਿਲੇਗਾ। ਦੇਖੋ ਹੁਣ ਇਸ ਕੇਸ ਦੇ ਵਿੱਚ ਬ੍ਰੋਮੋਈਥੇਨ ਹੈ, KOH ਦੇ ਨਾਲ ਰਿਐਕਟ ਕਰਵਾ ਰਿਹਾ, ਔਰ ਇਸ ਪੂਰੀ ਬੇਟਾ ਰਿਐਕਸ਼ਨ ਨੂੰ ਅਸੀਂ ਡੀਹਾਈਡਰੋ ਹੈਲੋਜੀਨੇਸ਼ਨ ਵੀ ਕਹਿੰਦੇ ਹਾਂ। ਡੀਹਾਈਡਰੋ ਹੈਲੋਜੀਨੇਸ਼ਨ ਦਾ ਮਤਲਬ ਹੈ कि हाइड्रोजन भी ने भी जाना कंपाउंड दे विचों और हैलोजन ने भी जाना, KBr निकल जाएगा और इधरों की निकल जाएगा H और OH निकल जाएगा। जो KBr और H और OH निकल गए, ये बॉन्ड जोड़े रह जाएंगे, एक एक इलैक्ट्रॉन पीछे जाके की बना देगा, डबल बॉन्ड बना देगा। जिस तरह इस केस दे विच देखो 1 क्लोरोब्यूटेन रिएक्ट विद द KOH, इस केस दे विच KCl निकल जाएगा और HOH वाटर बन के निकल जाएगा। की कंपाउंड बन गया साढ़े कोल ब्यूट 1 ईन बन गया। बट इत्थे भी एक रीजनिंग क्वेश्चन अराइज हो सकता है। इसका रीजनिंग क्वेश्चन की बन सकता साढ़े कोल, देखो कि जिहड़ा साडे कोल हैलोअल्केन है वो एलिमिनेट कर सकता हाइड्रोजन हैलाइड नूं दो तरीकों के नाल। ठीक है, दैट द अल्कीन विल बी प्रैफर्ड। सिर्फ अल्कीन ने किस चीज़ नूं प्रैफर करना, जिहदे विच कार्बन एटम ज्वाइंड बाय द डबल बॉन्ड मैक्सिमम अल्काइलेटेड होएगा। इस रूल नूं असीं +1 दे विच भी पढ़िया सीगा, इस रूल नूं असीं सेट्ज़ेफ रूल कहने हैं। इहदे विच देखो 2 ब्रोमोब्यूटेन है, जिस कार्बन दे नाल हैलोजन कंपाउंड लगा हुंदा उस कार्बन नूं असीं अल्फा कार्बन कहने हैं, और उहदे लैफ्ट और राइट वाला किहड़ा होएगा, बीटा कार्बन। हुण हाइड्रोजन ने तो रिप्लेस होना ही है, हुण जिद्दां KOH पा दिता,
QH ਦੇ ਨਾਲ KBr ਤੇ ਨਿਕਲਣਾ ਹੀ ਆ, ਬਟ ਹਾਈਡਰੋਜਨ ਵੀ ਨਿਕਲਣਾ, ਹਾਈਡਰੋਜਨ ਇਸ ਕਾਰਬਨ ਤੋਂ ਵੀ ਨਿਕਲ ਸਕਦਾ ਔਰ ਹਾਈਡਰੋਜਨ ਇਸ ਸਾਈਡ ਵਾਲੀ ਕਾਰਬਨ ਤੋਂ ਵੀ ਨਿਕਲ ਸਕਦਾ। ਇਸ ਕੇਸ ਦੇ ਵਿੱਚ ਅਸੀਂ ਕਿਸ ਚੀਜ਼ ਨੂੰ ਪ੍ਰੈਫਰ ਕਰਨਾ ਕਿ ਸਾਡੇ ਕੋਲ ਜ਼ਿਆਦਾ ਜਿਹੜੇ ਹੈਗੇ ਨੇ ਅਲਕਾਈਲ ਗਰੁੱਪ ਕਿਹੜੀ ਸਾਈਡ ਦੇ ਵਿੱਚ ਬਚਦੇ ਪਏ ਨੇ। ਇਸ ਕੇਸ ਦੇ ਵਿੱਚ ਦੇਖੋ ਕਾਰਬਨ ਦੇ ਦੋਨੋਂ ਸਾਈਡ ਤੇ ਅਲਕਾਈਲ ਗਰੁੱਪ ਹੈਗੇ, 2R ਔਨ ਦਾ C ਡਬਲ ਬੌਂਡ O ਦੇ ਦੋਨੋਂ ਸਾਈਡ ਤੇ ਅਲਕਾਈਲ ਗਰੁੱਪ ਹੈ, ਬਟ ਇਸ ਕੇਸ ਦੇ ਵਿੱਚ ਕੀ ਹੈ ਸਿਰਫ ਇੱਕ ਸਾਈਡ ਦੇ ਉੱਪਰ ਅਲਕਾਈਲ ਗਰੁੱਪ ਹੈ, ਇੱਕ ਸਾਈਡ ਦੇ ਉੱਪਰ ਇੱਕ ਅਲਕਾਈਲ ਗਰੁੱਪ ਹੈ। ਇਸ ਕਰਕੇ ਜ਼ਿਆਦਾ ਪ੍ਰੈਫਰੇਬਲ ਕੰਪਾਊਂਡ ਕਿਹੜਾ ਹੋਏਗਾ ਸਾਡੇ ਕੋਲ, ਜਿਹਦੇ ਵਿੱਚ ਜ਼ਿਆਦਾ ਅਲਕਾਈਲ ਗਰੁੱਪ ਦੋਨੋਂ ਸਾਈਡਸ ਦੇ ਵਿੱਚ ਹੋਣਗੇ, ਡਬਲ ਬੌਂਡ ਦੇ ਦੋਨੋਂ ਸਾਈਡਸ ਦੇ ਵਿੱਚ, ਠੀਕ ਹੈ। ਸੋ ਇੱਥੇ ਥੋੜੀ ਜਿਹੀ ਇਹ ਰੀਜ਼ਨਿੰਗ ਬਣਦੀ ਸੀਗੀ। ਨੈਕਸਟ ਹੈ ਸਾਡੇ ਕੋਲ ਐਲੀਮੀਨੇਸ਼ਨ ਤੋਂ ਬਾਅਦ ਆ ਜਾਏਗਾ ਸਾਡੇ ਕੋਲ ਰਿਐਕਸ਼ਨ ਵਿਦ ਦ ਐਕਟਿਵ ਮੈਟਲਸ। ਕਿਸੇ ਵੀ ਸਾਡੇ ਕੋਲ ਅਗਰ ਅਸੀਂ ਦੇਖੀਏ ਫਸਟ ਹੈਗਾ ਰਿਐਕਸ਼ਨ ਵਿਦ ਦ ਮੈਗਨੀਸ਼ੀਅਮ ਫਾਰਮੇਸ਼ਨ ਆਫ ਦ ਗ੍ਰਿਗਨਾਰਡ ਰੀਏਜੈਂਟ। ਗ੍ਰਿਗਨਾਰਡ ਰੀਏਜੈਂਟ ਕਿੱਦਾਂ ਬਣਦਾ ਸਾਡੇ ਕੋਲ, RMgX ਹੁੰਦਾ ਗ੍ਰਿਗਨਾਰਡ ਰੀਏਜੈਂਟ ਦਾ ਫਾਰਮੂਲਾ, ਮਤਲਬ ਕਿ ਅਲਕਾਈਲ ਹੈਲਾਈਡ ਨੂੰ ਜਦੋਂ ਅਸੀਂ ਮੈਗਨੀਸ਼ੀਅਮ ਦੇ ਨਾਲ ਰਿਐਕਟ ਕਰਵਾਵਾਂਗੇ ਇਨ ਦ ਪ੍ਰੈਜ਼ੈਂਸ ਆਫ ਦ ਡਰਾਈ ਈਥਰ, ਗ੍ਰਿਗਨਾਰਡ ਰੀਏਜੈਂਟ ਬਣ ਜਾਏਗਾ ਸਾਡੇ ਕੋਲ। ਔਰ ਗ੍ਰਿਗਨਾਰਡ ਰੀਏਜੈਂਟ ਤੋਂ ਬਾਅਦ ਜਿਹੜਾ ਬਹੁਤ ਜ਼ਿਆਦਾ ਇੰਪੋਰਟੈਂਟ ਰਿਐਕਸ਼ਨ ਹੈ, ਆਲਰੇਡੀ ਅਸੀਂ +1 ਦੇ ਵਿੱਚ ਇਹਨੂੰ ਬਹੁਤ ਅੱਛੇ ਤਰੀਕੇ ਨਾਲ ਪੜ੍ਹਿਆ, ਦੈਟ ਇਜ਼ ਦ ਵੁਡਸ ਰਿਐਕਸ਼ਨ। ਐਕਸ਼ਨ ਵਿਦ ਦ ਸੋਡੀਅਮ, ਦੋ ਅਲਕਾਈਲ ਹੈਲਾਈਡਸ ਨੂੰ ਅਸੀਂ ਸੋਡੀਅਮ ਦੇ ਨਾਲ ਰਿਐਕਟ ਕਰਵਾਉਂਦੇ ਹਾਂ ਇਨ ਦ ਪ੍ਰੈਜ਼ੈਂਸ ਆਫ ਦ ਡਰਾਈ ਈਥਰ, ਦੈਨ ਦ ਅਲਕੇਨ is formed and sodium halide ਕੀ ਕਰਦਾ ਬਾਹਰ ਨਿਕਲ ਜਾਂਦਾ। ਕਾਫੀ ਤਰ੍ਹਾਂ ਦੇ ਅਸੀਂ ਡਿਫਰੈਂਟ ਅਲਕੇਨਸ ਅਸੀਂ ਇਹਦੇ ਥਰੂ ਬਣਾ ਸਕਦੇ ਹਾਂ ਬਾਈ ਜੁਆਇਨਿੰਗ ਦ RX। ਸਾਡੇ ਕੋਲ ਦੋਨੋਂ ਸਾਈਡ ਤੇ ਸੇਮ ਵੀ ਹੋ ਸਕਦੇ ਆ, ਡਿਫਰੈਂਟ ਵੀ ਹੋ ਸਕਦੇ ਆ। ਲਾਸਟ ਰਿਐਕਸ਼ਨ ਇਜ਼ ਦ ਰਿਡਕਸ਼ਨ। ਰਿਡਕਸ਼ਨ ਬੇਟਾ ਅਸੀਂ ਕਾਫੀ 3 ਤਰੀਕੇ ਦੇ ਨਾਲ ਕਰਵਾ ਸਕਦੇ ਹਾਂ। ਰਿਡਕਸ਼ਨ ਦਾ ਮਤਲਬ ਕੀ ਹੁੰਦਾ, ਐਡੀਸ਼ਨ ਆਫ ਦਾ ਹਾਈਡਰੋਜਨ। ਹਾਈਡਰੋਜਨ ਦੀ ਪ੍ਰੈਜ਼ੈਂਸ ਦੇ ਵਿੱਚ ਵੀ ਕਰਵਾ ਸਕਦੇ ਹਾਂ ਅਸੀਂ, ਮੈਟਲ ਕੈਟਾਲਿਸਟ ਦੀ ਪ੍ਰੈਜ਼ੈਂਸ ਦੇ ਵਿੱਚ ਵੀ ਕਰਵਾ ਸਕਦੇ ਹਾਂ, ਜ਼ਿੰਕ ਕਾਪਰ ਕਪਲ ਦੇ ਥਰੂ ਵੀ ਰਿਡਕਸ਼ਨ ਕਰਵਾ ਸਕਦੇ ਹਾਂ, ਜਾਂ ਹਾਈਡਰੋ ਆਇਓਡਿਕ ਐਸਿਡ ਦੇ ਵਿੱਚ ਵੀ ਕਰਵਾ ਸਕਦੇ ਹਾਂ। ਤੁਸੀਂ ਤਿੰਨਾਂ ਦੇ ਵਿੱਚੋਂ ਕੋਈ ਵੀ ਰਿਐਕਸ਼ਨ ਇੱਕ ਯਾਦ ਰੱਖ ਲੈਣਾ ਜਿਹੜਾ ਤੁਹਾਨੂੰ ਈਜ਼ੀ ਲੱਗਦਾ। ਫਸਟ ਰਿਐਕਸ਼ਨ ਜ਼ਿਆਦਾ ਇੰਪੋਰਟੈਂਟ ਹੈ, ਇਹਨੂੰ ਯਾਦ ਰੱਖ ਲੈਣਾ, ਠੀਕ ਹੈ। ਦਿਸ ਇਜ਼ ਆਲ ਅਬਾਊਟ ਦ ਟੂਡੇਜ਼ ਟੌਪਿਕ। ਕੈਮੀਕਲ ਪ੍ਰੋਪਰਟੀਜ਼ ਅਸੀਂ ਪੜ੍ਹੀਆਂ ਨੇ ਸਾਰੀਆਂ ਅੱਜ। ਕੈਮੀਕਲ ਪ੍ਰੋਪਰਟੀਜ਼ ਬੇਟਾ ਅਗਰ ਅਸੀਂ ਦੇਖੀਏ ਤਾਂ ਸਾਡੇ ਕੋਲ 4 ਤਰ੍ਹਾਂ ਦੀਆਂ ਕੈਮੀਕਲ ਪ੍ਰੋਪਰਟੀਜ਼ ਸੀਗੀਆਂ। ਨਿਊਕਲੀਓਫਿਲਿਕ ਸਬਸਟੀਟਿਊਸ਼ਨ ਰਿਐਕਸ਼ਨ, ਜਿਹਦੇ ਅੰਦਰ ਅਸੀਂ SN1 ਔਰ SN2 ਰਿਐਕਸ਼ਨਸ ਨੂੰ ਵੀ ਚੰਗੀ ਤਰ੍ਹਾਂ ਐਕਸਪਲੇਨ ਕੀਤਾ। ਐਲੀਮੀਨੇਸ਼ਨ ਰਿਐਕਸ਼ਨਸ, ਜਿਹਦੇ ਵਿੱਚ ਡੀਹਾਈਡਰੋਹੈਲੋਜੀਨੇਸ਼ਨ ਹੋ ਰਹੀ ਹੈ। ਰਿਐਕਸ਼ਨ ਵਿਦ ਮੈਟਲਸ, ਇਹਦੇ ਵਿੱਚ ਅਸੀਂ ਗ੍ਰਿਗਨਾਰਡ ਰੀਏਜੈਂਟ ਬਣਾਇਆ ਔਰ ਵੁਡਸ ਰਿਐਕਸ਼ਨ ਪੜ੍ਹਿਆ। ਐਂਡ ਰਿਡਕਸ਼ਨ ਵਿਦ ਹਾਈਡਰੋਜਨ ਪੜ੍ਹਿਆ ਸੀ ਇਹਦੇ ਵਿੱਚ, ਠੀਕ ਹੈ। ਸੋ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਪ੍ਰੋਪਰਟੀਜ਼ ਹੈਗੀਆਂ ਨੇ। ਇਹਦੇ ਵਿੱਚੋਂ ਡਾਇਰੈਕਟ ਨੇਮਿੰਗ ਰਿਐਕਸ਼ਨਸ ਵੀ ਆ ਸਕਦੇ ਜਾਂ ਫਿਰ ਰੀਜ਼ਨਿੰਗ ਵੀ ਆ ਸਕਦੀ, ਜੋ ਮੈਂ ਤੁਹਾਨੂੰ ਦੱਸੀ ਹੈ। ਸੋ ਇਹਨੂੰ ਧਿਆਨ ਦੇ ਨਾਲ ਪੜ੍ਹ ਲੈਣਾ, ਅਗਰ ਕੋਈ ਪ੍ਰੋਬਲਮ ਆਏਗੀ ਤਾਂ ਪੁੱਛ ਲੈਣਾ। ਥੈਂਕ ਯੂ।